ਦੁਆਬਾ ਰੇਡੀਓ। ਪਿਆਰੇ ਵਿਦਿਆਰਥੀਓ, ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਮਾਤਾ ਪਿਤਾ ਨੂੰ ਸਤਿ ਸ੍ਰੀ ਅਕਾਲ। ਇਸ ਦੇ ਨਾਲ ਹੀ ਬਹੁਤ ਬਹੁਤ ਵਧਾਈ ਤੁਹਾਡੇ ਮਾਤਾ ਪਿਤਾ ਨੂੰ, ਤੁਹਾਨੂੰ, ਤੁਹਾਡੇ ਅਧਿਆਪਕਾਂ ਨੂੰ, ਜਿਨ੍ਹਾਂ ਦੀ ਮਿਹਨਤ ਦੇ ਨਾਲ ਤੇ ਜਿਨ੍ਹਾਂ ਦੀ ਕਰਾਈ ਹੋਈ ਮਿਹਨਤ ਸਦਕਾ ਤੁਸੀਂ ਉਹਨਾਂ ਦੇ ਦੱਸੇ ਰਸਤੇ 'ਤੇ ਚੱਲ ਕੇ 6ਵੀਂ ਜਮਾਤ ਬੜੇ ਵਧੀਆ ਨੰਬਰਾਂ ਦੇ ਨਾਲ ਪਾਸ ਕਰ ਲਈ ਹੈ। ਤੇ ਹੁਣ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਹੋਰ ਪਲਾਂਘ ਪੁੱਟ ਲਈ ਹੈ ਤੇ ਤੁਸੀਂ ਹੁਣ 7ਵੀਂ ਜਮਾਤ ਵਿੱਚ ਆ ਚੁੱਕੇ ਹੋ। ਨਵਾਂ ਸੈਸ਼ਨ ਜਿਹੜਾ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬੇਸ਼ੱਕ ਕਰੋਨਾ ਵਾਇਰਸ ਕਰਕੇ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਹੋ, ਕਿਉਂਕਿ ਸਾਡੇ ਦੇਸ਼ ਤੇ ਹੀ ਨਹੀਂ ਸਾਰੇ ਹੀ ਦੇਸ਼ਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜੋ ਸਮੱਸਿਆ ਆ ਗਈ ਹੈ, ਤੁਸੀਂ ਸਾਰੇ ਇਸ ਬਾਰੇ ਭਲੀ ਭਾਂਤ ਜਾਣੋ। ਪਰ ਪਿਆਰੇ ਵਿਦਿਆਰਥੀਓ, ਬੇਸ਼ੱਕ ਅਸੀਂ ਘਰਾਂ ਵਿੱਚ ਹਾਂ, ਬੇਸ਼ੱਕ ਅਸੀਂ ਸਕੂਲ ਨਹੀਂ ਜਾ ਰਹੇ, ਫਿਰ ਵੀ ਤੁਸੀਂ ਆਪਣੇ ਅਧਿਆਪਕਾਂ ਨੂੰ ਹਮੇਸ਼ਾ ਯਾਦ ਰਹਿੰਦੇ ਹੋ ਤੇ ਤੁਸੀਂ ਵੀ ਆਪਣੇ ਅਧਿਆਪਕਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਯਾਦ ਕਰਦੇ ਹੋ। ਬੇਸ਼ੱਕ ਅਜੇ ਤੁਹਾਡੇ ਕੋਲ ਪਾਠ ਪੁਸਤਕਾਂ ਨਹੀਂ ਆਈਆਂ, ਪਰ ਫਿਰ ਵੀ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਤੁਸੀਂ ਇਸ ਸਮੇਂ ਨੂੰ ਵੀ ਸਫਲਾ ਕਰੋ। ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਪਿੱਛੇ ਨਾ ਰਹਿ ਜਾਵੇ, ਕਿਉਂਕਿ ਅਜੇ ਕਈ ਦਿਨ ਸਾਡੇ ਸਕੂਲ ਨਹੀਂ ਖੁੱਲ੍ਹਣੇ ਹਨ। ਇਸ ਕਰਕੇ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ, ਜਿਸ ਦੇ ਵਿੱਚ ਤੁਹਾਡਾ ਪਹਿਲਾ ਪਾਠ ਹੈ ਵਣਜਾਰਾ, ਜੋ ਕਿ ਸਰਜੀਤ ਸਿੰਘ ਜੀ ਦਾ ਲਿਖਿਆ ਹੋਇਆ ਇੱਕ ਗੀਤ ਹੈ। ਅਸੀਂ ਦੁਆਬਾ ਰੇਡੀਓ ਰਾਹੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਇਹ ਸਿਲੇਬਸ ਅੱਜ ਤੋਂ ਆਪਾਂ ਸ਼ੁਰੂ ਕਰ ਦਈਏ। ਤੁਹਾਡੇ ਸਿਲੇਬਸ ਦੇ ਵਿੱਚ ਜੋ ਗੀਤ ਹਨ, ਜੋ ਪਾਠ ਹਨ, ਕਹਾਣੀਆਂ ਹਨ ਜਾਂ ਵਿਆਕਰਨ ਦਾ ਪਾਠ ਹੈ, ਆਪਾਂ ਹਰ ਰੋਜ਼ ਇੱਕ ਪਾਠ ਤੁਹਾਨੂੰ ਰਿਕਾਰਡਿੰਗ ਕਰਕੇ ਸੁਣਾਈਏ। ਤੇ ਤੁਸੀਂ ਇਹਨਾਂ ਕਿਤਾਬਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਤੇ ਜੇਕਰ ਤੁਸੀਂ ਡਾਊਨਲੋਡ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਕਿਸੇ ਵੀ ਕਾਪੀ ਤੇ ਜਿੰਨਾ ਵੀ ਤੁਹਾਨੂੰ ਯਾਦ ਰਹੇ ਜਾਂ ਠੀਕ ਲੱਗੇ, ਜਿਸ ਨਾਲ ਤੁਸੀਂ ਦੁਬਾਰਾ ਵੀ ਪੜ੍ਹਾਈ ਕਰ ਸਕੋ, ਉਸ ਨੂੰ ਆਪਣੀ ਕਾਪੀ ਤੇ ਨੋਟ ਕਰਦੇ ਰਹਿਣਾ। ਜਦੋਂ ਆਪਣੇ ਸਕੂਲ ਖੁੱਲ੍ਹਣਗੇ ਫਿਰ ਆਪਾਂ ਦੁਬਾਰਾ ਫਿਰ ਇਹਨਾਂ ਪਾਠਾਂ ਦੀ ਦੁਹਰਾਈ ਕਰਾਂਗੇ। ਸੋ ਅੱਜ ਜੋ 7ਵੀਂ ਜਮਾਤ ਤੁਹਾਡੀ ਪਾਠ ਪੁਸਤਕ ਦੇ ਵਿੱਚ ਪਹਿਲਾ ਪਾਠ ਹੈ, ਪਾਠ 1 ਵਣਜਾਰਾ। ਵਣਜਾਰੇ ਦਾ ਨਾਮ ਸੁਣ ਕੇ ਸਾਡੇ ਅੱਗੇ ਉਸ ਫਕੀਰ ਦੀ ਤਸਵੀਰ ਆ ਜਾਂਦੀ ਹੈ ਜੋ ਸਾਡੀ ਗਲੀ ਗਲੀ ਵਿੱਚ ਗਾਉਂਦਾ ਫਿਰਦਾ ਹੈ, ਪਿਆਰ ਦੇ ਗੀਤ ਵੰਡਦਾ ਹੈ, ਅਮਨ ਦੇ ਗੀਤ ਵੰਡਦਾ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਜਦੋਂ ਸਾਡੀ ਗਲੀ ਵਿੱਚ ਇੱਕ ਫਕੀਰ ਨੇ ਆ ਕੇ ਉਹ ਗੀਤ ਸੁਣਾਉਣਾ ਤਾਂ ਅਸੀਂ ਸਾਰਾ ਕੰਮ ਛੱਡ ਕੇ ਗਲੀ ਦੇ ਵਿੱਚ ਆ ਜਾਣਾ, ਉਸਦੇ ਮਿੱਠੇ ਮਿੱਠੇ ਗੀਤ ਸੁਣਨੇ। ਸੋ ਅਜਿਹਾ ਇੱਕ ਵਣਜਾਰਾ ਤੁਹਾਡੀ ਪਾਠ ਪੁਸਤਕ ਦੇ ਵਿੱਚ ਗੀਤ ਹੈ। ਉਹ ਗੀਤ ਤੁਹਾਡੇ ਨਾਲ ਪਹਿਲਾਂ ਮੈਂ ਗਾ ਕੇ ਸਾਂਝਾ ਕਰਾਂਗਾ। ਉਸ ਤੋਂ ਬਾਅਦ ਕਵੀ ਵਣਜਾਰੇ ਦਾ ਕੀ ਕੀ ਚਿੱਤਰ ਖਿੱਚਦਾ ਹੈ, ਕੀ ਕੀ ਤਸਵੀਰ ਪੇਸ਼ ਕਰਦਾ ਹੈ, ਉਹ ਤੁਹਾਡੇ ਨਾਲ ਗੱਲਬਾਤ ਕਰਾਂਗਾ। ਬਹੁਤ ਹੀ ਖੂਬਸੂਰਤ ਤਸਵੀਰ ਤੁਹਾਡੀ ਪਾਠ ਪੁਸਤਕ ਦੇ ਵਿੱਚ ਵਣਜਾਰੇ ਦੀ ਬਣਾਈ ਗਈ ਹੈ ਅਤੇ ਉਸ ਤਸਵੀਰ ਦੇ ਪਿਛਲੇ ਪਾਸੇ ਸਾਰੇ ਹੀ ਧਰਮਾਂ ਦੀ ਤਸਵੀਰ ਬਣਾਈ ਗਈ ਹੈ। ਸਾਨੂੰ ਇੱਕ ਸਾਂਝਾ ਉਪਦੇਸ਼ ਦੇ ਰਿਹਾ ਹੈ ਵਣਜਾਰਾ। ਉਸ ਦੇ ਚਿਹਰੇ ਤੋਂ ਰੂਹਾਨੀਅਤ ਪ੍ਰਗਟ ਹੋ ਰਹੀ ਹੈ। ਉਹ ਨੂਰ ਵੰਡ ਰਿਹਾ ਹੈ, ਉਹ ਚਾਨਣ ਵੰਡ ਰਿਹਾ ਹੈ, ਉਹ ਪਿਆਰ ਵੰਡ ਰਿਹਾ ਹੈ। ਸੋ ਕੀ ਗਾਉਂਦਾ ਹੈ, ਪਹਿਲਾਂ ਮੈਂ ਗਾ ਕੇ ਤੁਹਾਡੇ ਨਾਲ ਉਸ ਦਾ ਇੱਕ ਪਹਿਰਾ ਗੀਤ ਦਾ ਸਾਂਝਾ ਕਰਾਂਗਾ। ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਸ ਦੇ ਅਰਥ ਸਾਂਝੇ ਕਰਾਂਗਾ। ਸੋ ਪਿਆਰੇ ਵਿਦਿਆਰਥੀਓ, ਸੁਣਨਾ ਜਰਾ। ਬਸਤੀ ਬਸਤੀ ਜੰਗਲ ਜੰਗਲ, ਬਸਤੀ ਬਸਤੀ ਜੰਗਲ ਜੰਗਲ, ਗਾਉਂਦਾ ਹੈ ਵਣਜਾਰਾ। ਹਿੰਦੂ ਮੁਸਲਮ ਸਿੱਖ ਈਸਾਈ ਸਾਂਝਾ ਭਾਈਚਾਰਾ, ਕਰਨਾ ਸਾਨੂੰ ਵੰਡ ਦੇਂਦੀ ਹੈ, ਇਸ ਨੂੰ ਦੂਰ ਭਜਾਓ। ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇੱਕ ਹੋ ਜਾਓ। ਮੰਦਰ ਮਸਜਿਦ ਗਿਰਜੇ ਉੱਪਰ ਲਿਖ ਦਿਓ ਰੱਬ ਦਾ ਦੁਆਰਾ। ਬਸਤੀ ਬਸਤੀ ਜੰਗਲ ਜੰਗਲ, ਗਾਉਂਦਾ ਹੈ ਵਣਜਾਰਾ। ਬਸਤੀ ਬਸਤੀ ਜੰਗਲ ਜੰਗਲ, ਗਾਉਂਦਾ ਹੈ ਵਣਜਾਰਾ। ਪਿਆਰੇ ਵਿਦਿਆਰਥੀਓ, ਕਵੀ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਬਸਤੀ ਬਸਤੀ ਜੰਗਲ ਜੰਗਲ, ਗਾਉਂਦਾ ਹੈ ਵਣਜਾਰਾ।
ਉਹ ਵਣਜਾਰਾ ਆਪਣੀ ਹੀ ਮਸਤੀ ਦੇ ਵਿੱਚ ਸਾਡੇ ਘਰਾਂ ਵਿੱਚ ਸਾਡੀ ਵਾਤਾਵਰਨ ਨੂੰ ਖੁਸ਼ਗਵਾਰ ਬਣਾਉਂਦਾ ਹੋਇਆ ਗਾਇਆ ਗੀਤ ਉਸਦਾ ਹੈ। ਉਹ ਗਾਉਂਦਾ ਜਾ ਰਿਹਾ ਹੈ ਕਿ ਹਿੰਦੂ ਚਾਹੇ ਕੋਈ ਮੁਸਲਿਮ, ਚਾਹੇ ਕੋਈ ਸਿੱਖ, ਚਾਹੇ ਕੋਈ ਈਸਾਈ, ਸਾਡੇ ਦੇਸ਼ ਵਿੱਚ, ਸਾਡੇ ਭਾਰਤ ਵਿੱਚ, ਸਾਡੀ ਦੁਨੀਆ ਵਿੱਚ ਸਾਡਾ ਸਾਰਿਆਂ ਦਾ ਭਾਈਚਾਰਾ ਸਾਂਝਾ ਹੈ। ਜਿਹੜੀ ਘਿਰਨਾ ਹੈ ਇਹ ਸਾਨੂੰ ਆਪਸ ਵਿੱਚ ਵੰਡ ਦਿੰਦੀ ਹੈ, ਦੂਰ ਕਰ ਦਿੰਦੀ ਹੈ। ਨਫ਼ਰਤ ਸਾਡੇ ਵਿੱਚ ਪਾੜਾ ਪਾ ਦਿੰਦੀ ਹੈ। ਇਸ ਕਰਕੇ ਆਪਾਂ ਇਸ ਨੂੰ ਦੂਰ ਭਜਾਉਣਾ ਹੈ, ਚਾਹੇ ਕੋਈ ਇਨਸਾਨ ਕਿਸੇ ਵੀ ਧਰਮ ਦਾ ਹੋਵੇ, ਕਿਉਂਕਿ ਸਾਡੇ ਸਾਰਿਆਂ ਦੇ ਖੂਨ ਦਾ ਰੰਗ ਲਾਲ ਹੈ, ਖੂਨ ਦਾ ਰੰਗ ਇੱਕ ਹੈ। ਇਸ ਕਰਕੇ ਜੇ ਅਸੀਂ ਜ਼ਿੰਦਗੀ ਵਿੱਚ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹਾਂ, ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣਾ ਚਾਹੁੰਦੇ ਹਾਂ, ਚਾਹ ਨਾਲ ਜਿਉਣਾ ਚਾਹੁੰਦੇ ਹਾਂ, ਤਾਂ ਕਵੀ ਕਹਿੰਦਾ ਹੈ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਾਂ ਸਾਰੇ ਇੱਕ ਹੋ ਜਾਈਏ। ਮੰਦਰ, ਮਸਜਿਦ, ਗਿਰਜੇ ਉੱਪਰ ਲਿਖ ਦਿਓ ਰੱਬ ਦਾ ਦੁਆਰਾ। ਬਈ ਇਹਨਾਂ ਧਾਰਮਿਕ ਸਥਾਨਾਂ ਉੱਪਰ ਅਲੱਗ-ਅਲੱਗ ਲਿਖਣ ਦੀ ਲੋੜ ਨਹੀਂ ਕਿ ਇਹ ਇਸ ਧਰਮ ਨਾਲ ਸੰਬੰਧਿਤ ਹੈ, ਇਹ ਇਸ ਧਰਮ ਨਾਲ ਸੰਬੰਧਿਤ ਹੈ। ਉਹਨਾਂ ਸਾਰਿਆਂ ਦੇ ਉੱਪਰ ਰੱਬ ਦਾ ਦੁਆਰਾ ਲਿਖ ਦਿਓ ਤੇ ਅਸੀਂ ਸਾਰੇ ਉਸ ਸਥਾਨ ਤੇ ਬੈਠ ਕੇ ਪਿਆਰ ਦੀਆਂ, ਮੁਹੱਬਤ ਦੀਆਂ ਗੱਲਾਂ ਕਰ ਸਕੀਏ। ਪਿਆਰੇ ਵਿਦਿਆਰਥੀਓ, ਇਸ ਪਹਿਰੇ ਤੋਂ ਬਾਅਦ ਗੀਤ ਦਾ ਅਗਲਾ ਜਿਹੜਾ ਬੰਦ ਹੈ ਉਹ ਤੁਹਾਡੇ ਨਾਲ ਮੈਂ ਗਾ ਕੇ ਸਾਂਝਾ ਕਰਨ ਜਾ ਰਿਹਾ। ਨਫ਼ਰਤ ਸਾਨੂੰ ਦੁੱਖ ਦੇਂਦੀ ਹੈ, ਨਫ਼ਰਤ ਸਾਨੂੰ ਦੁੱਖ ਦੇਂਦੀ ਹੈ, ਰੱਜ ਕੇ ਸੌਣ ਨਾ ਦੇਂਦੀ, ਖੁੱਲ ਕੇ ਸਾਨੂੰ ਹੱਸਣ ਨਾ ਦਿੰਦੀ, ਜੀ ਪਰ ਰੋਣ ਨਾ ਦੇਂਦੀ। ਨਗਰ ਨਗਰ ਵਿੱਚ, ਗਲੀ ਗਲੀ ਵਿੱਚ, ਨਗਰ ਨਗਰ ਵਿੱਚ, ਗਲੀ ਗਲੀ ਵਿੱਚ ਗੂੰਜ ਰਿਹਾ ਇੱਕ ਤਾਰਾ। ਬਸਤੀ ਬਸਤੀ ਜੰਗਲ ਜੰਗਲ, ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰਾ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰਾ। ਪਿਆਰੇ ਵਿਦਿਆਰਥੀਓ, ਕਵੀ ਕਹਿ ਰਿਹਾ ਕਿ ਨਫ਼ਰਤ ਸਾਨੂੰ ਦੁੱਖ ਦਿੰਦੀ ਹੈ, ਰੱਜ ਕੇ ਸੌਣ ਨਾ ਦਿੰਦੀ। ਤੁਸੀਂ ਆਪ ਮਹਿਸੂਸ ਕੀਤਾ ਹੋਵੇਗਾ ਕਿ ਜੇ ਅਸੀਂ ਕਿਸੇ ਬਾਰੇ ਮਨ 'ਚ ਕੋਈ ਮੈਲਾ ਖਿਆਲ ਲਿਆਉਂਦੇ ਹਾਂ ਤਾਂ ਉਹ ਮੇਰਾ ਖਿਆਲ ਅਗਲੇ ਨੂੰ ਤਾਂ ਚਾਹੇ ਪਤਾ ਵੀ ਨਾ ਹੁੰਦਾ ਹੋਵੇ, ਪਰ ਉਹ ਸਾਨੂੰ ਬਹੁਤ ਦੁੱਖ ਦਿੰਦਾ। ਜੇ ਅਸੀਂ ਕਿਸੇ ਬਾਰੇ ਬੁਰਾ ਸੋਚਦੇ ਹਾਂ ਤਾਂ ਆਪਣੇ ਅੰਦਰੋਂ ਅੰਦਰ ਉਹ ਜ਼ਹਿਰ ਘੁਲ ਰਹੇ ਹੁੰਦੇ ਆ, ਤਾਂ ਉਹ ਸਾਨੂੰ ਬਹੁਤ ਦੁੱਖ ਦਿੰਦੀ ਆ ਉਹ ਗੱਲ। ਤੇ ਸਾਡੀ ਨੀਂਦ ਵੀ ਪੂਰੀ ਨਹੀਂ ਹੁੰਦੀ। ਕਈ ਵਾਰ ਅਸੀਂ ਸੋਚਦੇ ਸੋਚਦੇ ਉਹ ਟੈਨਸ਼ਨ ਉਸਦੇ ਬਾਰੇ ਸੋਚਦੇ ਆਪਣੇ ਆਪ ਤੇ ਉਹ ਜਿਹੜਾ ਤਣਾਅ ਆ ਲੈ ਆਉਂਦੇ ਆ। ਇਸ ਕਰਕੇ ਸਾਨੂੰ ਨਫ਼ਰਤ ਨਹੀਂ, ਸਾਨੂੰ ਪਿਆਰ ਕਰਨਾ ਚਾਹੀਦਾ। ਖੁੱਲ ਕੇ ਸਾਨੂੰ ਹੱਸਣ ਨਾ ਦਿੰਦੀ, ਜੀ ਪਰ ਰੋਣ ਨਾ ਦਿੰਦੀ। ਕਿਸੇ ਨੇ ਕਿਹਾ ਵੀ ਜਿਹੜਾ ਰੱਜ ਕੇ ਹੱਸ ਸਕਦਾ, ਖੁੱਲ ਕੇ ਹੱਸ ਸਕਦਾ, ਉਹੀ ਖੁੱਲ ਕੇ ਰੋ ਵੀ ਸਕਦਾ। ਸੋ ਇਹ ਨਫ਼ਰਤ ਨਾ ਸਾਨੂੰ ਖੁੱਲ ਕੇ ਹੱਸਣ ਦਿੰਦੀ ਆ ਤੇ ਨਾ ਜੀ ਭਰ ਕੇ ਰੋਣ ਦਿੰਦੀ ਆ। ਜਿਵੇਂ ਇੱਕ ਬੱਚੇ ਦਾ ਰੋਣ ਹੁੰਦਾ ਤਾਂ ਉਹ ਰੋਣ ਦੇ ਵਿੱਚ ਵੀ ਮੁਹੱਬਤ ਹੁੰਦੀ ਆ, ਪਿਆਰ ਹੁੰਦੀ ਆ। ਮਾਂ ਜਿਸ ਤਰ੍ਹਾਂ ਬੱਚੇ ਨੂੰ ਰੋਂਦੇ ਹੋਏ ਨੂੰ ਆਪਣੇ ਗਲ ਨਾਲ ਲਾ ਲੈਂਦੀ ਆ, ਤੇ ਉੱਥੇ ਸਾਨੂੰ ਏਦਾਂ ਨਹੀਂ ਲੱਗਦਾ ਵੀ ਉਹ ਰੋਣ ਕੋਈ ਇਸ ਤਰ੍ਹਾਂ ਦਾ ਰੋਣਾ, ਤੇ ਉਹ ਰੋਣਾ ਵੀ ਪਿਆਰਾ ਲੱਗਦਾ ਬੱਚੇ ਦਾ। ਇਸ ਤਰ੍ਹਾਂ ਕਵੀ ਕਹਿੰਦਾ ਵੀ ਜਿਹੜੀ ਇਹ ਨਫ਼ਰਤ ਆ, ਇਹਨੂੰ ਜੇ ਦਿਲ ਚੋਂ ਕੱਢਿਆ ਹੋਊਗਾ ਤਾਂ ਇਹ ਸਾਨੂੰ ਖੁੱਲ ਕੇ ਹੱਸਣ ਵਾਲੀ ਗੱਲ ਆ ਜਿਹੜੀ ਉਹ ਵੀ ਸਾਡੇ ਕੋਲ ਹੋਵੇਗੀ। ਤੇ ਜਿੱਥੇ ਸਾਨੂੰ ਲੱਗੇ ਵੀ ਇਸ ਤਰ੍ਹਾਂ ਦਾ ਮਾਹੌਲ ਹੈ, ਕਈ ਵਾਰੀ ਅਸੀਂ ਕਿਸੇ ਦਾ ਦੁੱਖ ਦੇਖ ਕੇ ਵੀ ਰੋ ਪੈਂਦੇ ਹਾਂ, ਤੇ ਉਹ ਤਾਂ ਰੋਂਦੇ ਆ ਜਦੋਂ ਅਸੀਂ ਆਪ ਆਪਣੇ ਮਨ ਦੇ ਵਿੱਚੋਂ ਖਾਲੀ ਆ। ਤੇ ਇਸ ਕਰਕੇ ਸਾਨੂੰ ਦੂਸਰੇ ਦਾ ਦੁੱਖ ਮਹਿਸੂਸ ਹੁੰਦਾ ਤੇ ਉਹ ਰੋਣਾ ਅਲੱਗ ਹੁੰਦਾ। ਤੇ ਇਸ ਕਰਕੇ ਕਵੀ ਸਾਨੂੰ ਕਹਿੰਦਾ ਵੀ ਨਫ਼ਰਤ ਤੋਂ ਸਾਨੂੰ ਪਿਆਰੇ ਵਿਦਿਆਰਥੀਓ ਬਚਣਾ ਚਾਹੀਦਾ। ਨਗਰ ਨਗਰ ਵਿੱਚ, ਗਲੀ ਗਲੀ ਵਿੱਚ ਗੂੰਜ ਰਿਹਾ ਇੱਕ ਤਾਰਾ। ਹਰੇਕ ਪਿੰਡ ਵਿੱਚ, ਹਰੇਕ ਸ਼ਹਿਰ ਵਿੱਚ, ਹਰੇਕ ਗਲੀ ਵਿੱਚ ਉਸ ਵਣਜਾਰੇ ਦਾ ਇੱਕ ਤਾਰਾ, ਜਿਹੜਾ ਕਿ ਬਹੁਤ ਪਿਆਰਾ ਸਾਜ਼ ਆ, ਜਿਹੜਾ ਕਿ ਉਸਨੇ ਚੁੱਕਿਆ ਹੋਇਆ, ਉਹ ਵਜਾ ਰਿਹਾ, ਨਾਲ ਨਾਲ ਗਾ ਰਿਹਾ ਤੇ ਪਿਆਰ ਦੇ, ਮੁਹੱਬਤ ਦੇ ਗੀਤ ਵੰਡ ਰਿਹਾ। ਉਹ ਕਹਿ ਰਿਹਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰਾ, ਹਿੰਦੂ ਮੁਸਲਿਮ ਸਿੱਖ ਈਸਾਈ ਸਾਂਝਾ ਭਾਈਚਾਰਾ। ਸੋ ਪਿਆਰੇ ਵਿਦਿਆਰਥੀਓ, ਇਹ ਦੋ ਪਹਿਰੇ ਤੁਹਾਨੂੰ ਯਾਦ ਹੋ ਗਏ ਹੋਣੇ ਆ। ਤੇ ਹੁਣ ਗੀਤ ਦਾ ਅਗਲਾ ਪਹਿਰਾ ਮੈਂ ਤੁਹਾਡੇ ਨਾਲ ਗਾ ਕੇ ਸਾਂਝਾ ਕਰਨ ਜਾ ਰਿਹਾ। ਨਾ ਕੋਈ ਊਚ ਨਾ ਨੀਚ ਪਛਾਣੇ, ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ।
ਆਪਸ ਵਿੱਚ ਨੇ ਮੂਰਖ ਲੜਦੇ ਨਹੀਂ ਸਿਆਣੇ। ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ। ਆਪਸ ਵਿੱਚ ਨੇ ਮੂਰਖ ਲੜਦੇ ਨਹੀਂ ਸਿਆਣੇ। ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਣਜਾਰਾ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਣਜਾਰਾ। ਪਿਆਰੇ ਵਿਦਿਆਰਥੀਓ, ਕਵੀ ਕਹਿ ਰਿਹਾ ਕਿ ਇਹ ਬਣਜਾਰਾ ਇਹਦੇ ਲਈ ਸਾਰੇ ਬਰਾਬਰ ਨੇ। ਉਹਦੇ ਲਈ ਨਾ ਕੋਈ ਵੱਡਾ, ਨਾ ਕੋਈ ਛੋਟਾ, ਨਾ ਕੋਈ ਉੱਚਾ, ਨਾ ਕੋਈ ਨੀਵਾਂ। ਉਹ ਇਹ ਨਹੀਂ ਵੇਖਦਾ ਵੀ ਇਹ ਘਰ ਮੈਂ ਗੀਤ ਨਹੀਂ ਗਾਉਣਾ। ਉਹ ਸਾਰਿਆਂ ਨੂੰ ਆਪਣਾਪਣ ਮਹਿਸੂਸ ਕਰਦਾ, ਸਾਰਿਆਂ ਦੇ ਘਰਾਂ 'ਚ ਜਾਂਦਾ, ਸਾਰਿਆਂ ਨੂੰ ਗੀਤ ਸੁਣਾਉਂਦਾ ਹੋਇਆ ਉਹ ਜਾ ਰਿਹਾ। ਫਿਰ ਉਹ ਕਹਿ ਰਿਹਾ ਕਿ ਜਿਹੜੇ ਆਪਸ ਵਿੱਚ ਲੜਾਈ ਕਰਦੇ ਨੇ ਉਹ ਮੂਰਖ ਨੇ, ਜਿਹੜੇ ਸਿਆਣੇ ਲੋਕ ਆ ਕਦੇ ਨਹੀਂ ਲੜਦੇ। ਕਿਉਂਕਿ ਸਿਆਣਾ ਇਨਸਾਨ ਸਮਝਦਾ ਕਿ ਲੜਦੇ ਰਹਿਣਾ ਜ਼ਿੰਦਗੀ ਨਹੀਂ, ਪਿਆਰ ਮੁਹੱਬਤ ਨਾਲ ਰਹਿਣਾ ਜ਼ਿੰਦਗੀ ਜ਼ਿਆਦਾ ਜਿਉਣ ਦਾ ਢੰਗ ਵਧੀਆ ਹੋ ਸਕਦਾ ਹੈ। ਫਿਰ ਕਵੀ ਕਹਿ ਰਿਹਾ ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ। ਪਿਆਰੇ ਵਿਦਿਆਰਥੀਓ, ਤੁਸੀਂ ਸਾਰਿਆਂ ਨੇ ਕਹਾਣੀ ਸੁਣੀ ਹੋਈ ਹੋਣੀ ਆ, ਏਕੇ ਵਿੱਚ ਬਰਕਤ ਹੈ, ਸੁਣੀ ਹੈ ਨਾ। ਸੋ ਇਹੀ ਗੱਲ ਸਾਡਾ ਇਹ ਬਣਜਾਰਾ ਕਹਿ ਰਿਹਾ ਬਈ ਜਦੋਂ ਅਸੀਂ ਇਕੱਠ ਵਿੱਚ ਹੁੰਦੇ ਹਾਂ, ਇਕੱਠੇ ਰਲ ਕੇ ਰਹਿੰਦੇ ਹਾਂ, ਫਿਰ ਸਾਨੂੰ ਕੋਈ ਦੂਸਰਾ ਹਰਾਉਣ ਦੀ ਜਾਂ ਸਾਡੇ ਨਾਲ ਕੋਈ ਵਧੀਕੀ ਕਰਨ ਦੀ ਹਿੰਮਤ ਨਹੀਂ ਕਰਦਾ। ਜਿਹੜੇ ਪਰਿਵਾਰ ਵਿੱਚ ਏਕਾ ਹੁੰਦਾ, ਜਿਹੜੇ ਬੱਚਿਆਂ ਵਿੱਚ ਏਕਾ ਹੁੰਦਾ, ਜਿਹੜੀਆਂ ਸੰਸਥਾਵਾਂ ਵਿੱਚ ਏਕਾ ਹੁੰਦਾ, ਜਿਹੜੇ ਪਿੰਡਾਂ ਵਿੱਚ ਏਕਾ ਹੁੰਦਾ, ਜਿਹੜੇ ਦੇਸ਼ ਵਿੱਚ ਏਕਾ ਹੁੰਦਾ, ਉਹ ਬਹੁਤ ਤਰੱਕੀ ਕਰਦੇ ਨੇ। ਇਸ ਕਰਕੇ ਇਹ ਏਕਤਾ ਹੈ, ਜੋ ਇਕੱਠ ਹੈ, ਜੋ ਭਾਈਚਾਰਾ ਹੈ, ਇਹ ਸਾਡੇ ਸਾਰਿਆਂ ਲਈ ਬਹੁਤ ਪਿਆਰਾ ਹੈ, ਸਾਨੂੰ ਚੰਗਾ ਲੱਗਦਾ ਹੈ। ਕਵੀ ਕਹਿ ਰਿਹਾ ਹੈ ਕਿ ਇਹ ਬਣਜਾਰਾ ਸਾਰਿਆਂ ਨੂੰ ਸੁਨੇਹਾ ਦਿੰਦਾ ਹੈ ਕਿ ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਿਮ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ, ਸਾਡਾ ਸਾਰਿਆਂ ਦਾ ਸਾਂਝਾ ਭਾਈਚਾਰਾ ਹੈ। ਇਸ ਕਰਕੇ ਸਾਨੂੰ ਇਸ ਭਾਈਚਾਰੇ ਨੂੰ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸੋ ਪਿਆਰੇ ਵਿਦਿਆਰਥੀਓ, ਅਗਲਾ ਜੋ ਪੈਰਾ ਹੈ ਜੋ ਗੀਤ ਦੇ ਵਿੱਚ ਲਿਖਿਆ ਹੈ, ਹੁਣ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨ ਜਾ ਰਿਹਾ। ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ। ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ। ਸਾਂਝਾ ਰਸਤਾ ਸਾਂਝੀ ਮੰਜ਼ਲ, ਉਸ ਨੂੰ ਜਾ ਕੇ ਮੱਲੋ। ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਣਜਾਰਾ। ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬਣਜਾਰਾ। ਪਿਆਰੇ ਵਿਦਿਆਰਥੀਓ, ਕਵੀ ਕਹਿ ਰਿਹਾ ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ। ਜਦੋਂ ਵੀ ਅਸੀਂ ਆਪਣੀ ਮੰਜ਼ਿਲ ਤੇ ਜਾਣਾ ਹੋਵੇ, ਜੇ ਤੁਸੀਂ ਆਪਣੇ ਸਕੂਲ ਹੀ ਜਾਣਾ ਹੋਵੇ, ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਸਕੂਲ ਦਾ ਸਿੱਧਾ ਰਸਤਾ ਕਿਹੜਾ ਹੈ। ਜੇ ਅਸੀਂ ਕੋਈ ਹੋਰ ਰਸਤੇ ਤੁਰ ਪਈਏ, ਚਾਹੇ ਉਹ ਸੱਜੇ ਨੂੰ ਜਾਂਦਾ ਹੋਵੇ ਚਾਹੇ ਖੱਬੇ ਨੂੰ ਜਾਂਦਾ ਹੋਵੇ, ਤਾਂ ਕੀ ਅਸੀਂ ਆਪਣੇ ਸਕੂਲ ਸਹੀ ਸਮੇਂ ਤੇ ਪਹੁੰਚ ਸਕਦੇ ਹਾਂ? ਬਿਲਕੁਲ ਨਹੀਂ। ਇਸੇ ਤਰ੍ਹਾਂ ਜੇ ਅਸੀਂ ਜ਼ਿੰਦਗੀ ਵਿੱਚ ਕੁਝ ਬਣਨਾ ਹੈ, ਅੱਗੇ ਵਧਣਾ ਹੈ, ਤਾਂ ਆਪਣਾ ਧਿਆਨ ਸਾਨੂੰ ਸਿੱਧਾ ਰੱਖਣਾ ਪਵੇਗਾ ਆਪਣੇ ਨਿਸ਼ਾਨੇ ਵੱਲ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਨਿਸ਼ਾਨਾ ਕੀ ਹੈ, ਸਾਡੀ ਮੰਜ਼ਿਲ ਕੀ ਹੈ। ਜੇ ਅਸੀਂ ਆਪਣੀ ਸੋਚ ਨੂੰ, ਆਪਣੇ ਸਮੇਂ ਨੂੰ, ਆਪਣੇ ਧਿਆਨ ਨੂੰ ਸੱਜੇ ਖੱਬੇ ਵੱਲ ਲਿਜਾਣ ਲੱਗ ਜਾਂਗੇ ਤਾਂ ਅਸੀਂ ਆਪਣੇ ਰਸਤੇ ਤੋਂ ਭਟਕ ਸਕਦੇ ਹਾਂ। ਇਸੇ ਤਰ੍ਹਾਂ ਜੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ, ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਸਾਡਾ ਸਾਰਿਆਂ ਦਾ ਜਿਹੜਾ ਰਸਤਾ ਹੈ ਉਹ ਸਾਂਝਾ ਹੈ। ਸਾਡੀ ਮੰਜ਼ਿਲ ਸਾਰਿਆਂ ਦੀ ਸਾਂਝੀ ਹੈ। ਆਪਾਂ ਉਸ ਮੰਜ਼ਿਲ ਨੂੰ ਪਾਉਣਾ ਹੈ ਤੇ ਉਸ ਮੰਜ਼ਿਲ ਨੂੰ ਪਾ ਕੇ ਸਾਡਾ ਜਿਹੜਾ ਦੇਸ਼ ਹੈ ਉਹ ਤਰੱਕੀ ਕਰੇਗਾ। ਕਿਉਂਕਿ ਸਭ ਤੋਂ ਪਹਿਲਾਂ ਜੇ ਅਸੀਂ ਰਲ ਕੇ ਚੱਲਾਂਗੇ, ਵਧੀਆ ਢੰਗ ਨਾਲ ਰਹਾਂਗੇ, ਤਾਂ ਅਸੀਂ ਆਪਣਾ ਸਮਾਂ ਪੜ੍ਹਾਈ ਵੱਲ ਲਾਵਾਂਗੇ ਤੇ ਉਹ ਪੜ੍ਹਾਈ ਦੇ ਨਾਲ ਅਸੀਂ ਬਹੁਤ ਵਧੀਆ ਢੰਗ ਨਾਲ ਜ਼ਿੰਦਗੀ ਜਿਉਵਾਂਗੇ, ਤਾਂ ਅਸੀਂ ਦੂਸਰਿਆਂ ਦੀ ਵੀ ਸੇਵਾ ਕਰ ਸਕਦੇ ਹਾਂ। ਇਸ ਕਰਕੇ ਅਸੀਂ ਆਪਣੇ ਪਿੰਡ ਦੀ, ਆਪਣੇ ਸ਼ਹਿਰ ਦੀ, ਆਪਣੇ ਰਾਜ ਦੀ, ਆਪਣੇ ਬਾਕੀ ਰਾਜਾਂ ਦੀ, ਆਪਣੇ ਦੇਸ਼ ਦੀ ਸੇਵਾ ਕਰ ਸਕਦੇ ਹਾਂ। ਜਿਹੜਾ ਸਾਡਾ ਭਾਰਤ ਹੈ, ਇਸ ਨੇ ਸਾਰੇ ਰਾਜਾਂ ਨੂੰ, ਸਾਨੂੰ ਸਾਰਿਆਂ ਨੂੰ ਇੱਕ ਝੰਡੇ ਦੇ ਥੱਲੇ
ਇਕੱਠੇ ਕਰਕੇ ਰੱਖਿਆ ਹੈ। ਸਾਨੂੰ ਆਪਣੀ ਮਿੱਟੀ ਨਾਲ, ਧਰਤੀ ਨਾਲ ਬਹੁਤ ਪਿਆਰ ਹੈ, ਸਾਨੂੰ ਆਪਣੇ ਭਾਰਤ ਦੇਸ਼ ਨਾਲ। ਇਸ ਕਰਕੇ ਸਾਨੂੰ ਆਪਣੇ ਭਾਰਤ ਦੀ ਜੈ ਜੈਕਾਰ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪਵੇਗਾ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਿਮ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ, ਸਾਡੇ ਲਈ ਸਾਰੇ ਲੋਕ ਬਰਾਬਰ ਨੇ। ਜੇ ਅਸੀਂ ਦੂਜਿਆਂ ਦੀ ਸਹਾਇਤਾ ਕਰਾਂਗੇ ਤਾਂ ਉਹ ਸਾਡੀ ਸਹਾਇਤਾ ਕਰਨਗੇ। ਇਸ ਤਰ੍ਹਾਂ ਅਸੀਂ ਰਲ ਕੇ ਅੱਗੇ ਵਧਾਂਗੇ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਕਿ ਮੈਂ ਇਕੱਲਾ ਅੱਗੇ ਵੱਧ ਜਾਵਾਂਗਾ। ਇਕੱਲਾ ਜੇ ਅੱਗੇ ਕੋਈ ਵੱਧ ਜਾਂਦਾ ਹੈ ਪਰ ਬਾਕੀ ਲੋਕ ਉਸ ਤੋਂ ਬਹੁਤ ਪਿੱਛੇ ਰਹਿ ਜਾਂਦੇ ਹਨ ਤਾਂ ਉਸ ਇਕੱਲੇ ਨੇ ਅੱਗੇ ਹੋ ਕੇ ਵੀ ਕੀ ਕਰਨਾ ਹੈ। ਜੇ ਪਰਿਵਾਰ ਦਾ ਇੱਕ ਜੀ ਕਹੇ ਕਿ ਮੈਂ ਇਕੱਲਾ ਹੀ ਸਭ ਤੋਂ ਅੱਗੇ ਚਲਾ ਜਾਵਾਂ, ਜੇ ਬਾਕੀਆਂ ਨੂੰ ਲੈ ਕੇ ਨਾਲ ਨਹੀਂ ਚੱਲੇਗਾ, ਤਾਂ ਮੇਰਾ ਖਿਆਲ ਆ ਵੀ ਉਸ ਦੀ ਉਹ ਜਿੱਤ, ਉਹ ਖੁਸ਼ੀ ਉਹਦੇ ਲਈ ਵੀ ਇੰਨੀ ਵਧੀਆ ਨਹੀਂ ਹੋਵੇਗੀ। ਕਿਉਂਕਿ ਸਾਨੂੰ, ਤੁਸੀਂ ਆਪ ਵੇਖੋ, ਜਦੋਂ ਤੁਹਾਨੂੰ ਸਕੂਲ ਵੱਲੋਂ ਜਾਂ ਕਿਤੋਂ ਵੀ ਕੋਈ ਇਨਾਮ ਮਿਲਦਾ, ਮਤਲਬ ਤੁਹਾਨੂੰ ਖੁਸ਼ੀ ਮਿਲਦੀ ਆ, ਉਹ ਖੁਸ਼ੀ ਨੂੰ ਤੁਸੀਂ ਘਰੇ ਜਾ ਕੇ ਆਪਣੇ ਭੈਣ ਭਰਾਵਾਂ ਨਾਲ, ਆਪਣੇ ਮਾਤਾ ਪਿਤਾ ਨਾਲ ਵੰਡਦੇ ਹੋ ਤਾਂ ਖੁਸ਼ੀ ਵੱਧਦੀ ਆ ਨਾ। ਸਾਰੇ ਘਰ ਦੇ ਖੁਸ਼ ਹੁੰਦੇ ਆ ਤੇ ਤੁਹਾਨੂੰ ਚਾਅ ਚੜ੍ਹਦਾ। ਤੇ ਜੇ ਤੁਸੀਂ ਕਹੋ ਵੀ ਮੈਨੂੰ ਇਨਾਮ ਮਿਲ ਗਿਆ, ਉਹਨੂੰ ਲਿਆ ਕੇ ਇਕੱਲੇ ਹੀ ਆਪਣੀ ਅਲਮਾਰੀ ਵਿੱਚ ਰੱਖ ਲਵੋ, ਲੁਕੋ ਕੇ ਰੱਖ ਲਵੋ, ਉਹ ਇਕੱਲੇ ਹੀ ਤੁਸੀਂ ਕਿੰਨਾ ਕੁ ਚਾਅ ਲੈ ਲਵੋਗੇ। ਮੇਰਾ ਖਿਆਲ ਆ ਇਹ ਖੁਸ਼ੀਆਂ ਵੰਡਿਆਂ ਤੇ ਤਾਂ ਜਿਹੜੀ ਸਾਨੂੰ ਊਰਜਾ ਮਿਲਦੀ ਹੈ, ਸ਼ਕਤੀ ਮਿਲਦੀ ਹੈ, ਉਸੇ ਹੀ ਗੱਲ ਨੂੰ ਅੱਗੇ ਤੋਰ ਰਿਹਾ ਹੈ ਸਾਡਾ ਕਵੀ ਕਿ ਜੇਕਰ ਅਸੀਂ ਸਾਰੇ ਧਰਮਾਂ ਦੇ ਭੇਦਭਾਵ ਨੂੰ, ਊਚ ਨੀਚ ਨੂੰ, ਜਾਤ ਪਾਤ ਨੂੰ ਭੁੱਲ ਕੇ ਸਾਰਿਆਂ ਨੂੰ ਬਰਾਬਰਤਾ ਦੇ ਵੱਲ ਲੈ ਕੇ ਇਕੱਠੇ ਹੋ ਕੇ ਤੁਰਨ ਦਾ ਸਾਡੇ ਮਨ ਵਿੱਚ ਹੁਨਰ ਹੋਵੇਗਾ, ਸਾਡੇ ਮਨ 'ਚ ਖਿਆਲ ਹੋਵੇਗਾ, ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਤਾਂ ਖੁਸ਼ੀਆਂ ਭਰਾਂਗੇ ਹੀ, ਨਾਲ ਨਾਲ ਆਪਣੇ ਸਾਥੀਆਂ ਦੇ ਜੀਵਨ ਵਿੱਚ ਵੀ ਖੁਸ਼ੀਆਂ ਭਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਆਪਾਂ ਆਪਣੀ ਜਮਾਤ ਵਿੱਚ ਵੀ ਵੇਖਿਆ ਹੈ ਕਿ ਕੁਝ ਬੱਚੇ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਨ ਪਰ ਕੁਝ ਬੱਚੇ ਥੋੜ੍ਹਾ ਜਿਹਾ ਘੱਟ ਹੁਸ਼ਿਆਰ ਹੁੰਦੇ ਹਨ। ਜੇਕਰ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ, ਉਹਨਾਂ ਨੂੰ ਕੁਝ ਨਾ ਕੁਝ ਦੱਸ ਦਿੰਦੇ ਹਾਂ, ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਦੱਸ ਦਿੰਦੇ ਹਾਂ, ਜੇਕਰ ਉਹ ਸਾਡੇ ਨਾਲ ਹੋ ਕੇ ਚੱਲਣਗੇ ਤਾਂ ਸਾਡਾ ਜਿਹੜਾ ਉਹਨਾਂ ਨੂੰ ਪੜ੍ਹਾਇਆ, ਇੱਕ ਤਾਂ ਸਾਨੂੰ ਡਬਲ ਯਾਦ ਹੋ ਜਾਵੇਗਾ, ਸਾਨੂੰ ਆਪ ਨੂੰ ਵੀ ਉਹ ਦੁਬਾਰਾ ਦੁਹਰਾਈ ਹੋ ਜੂ। ਦੂਸਰਾ, ਕਈ ਵਾਰ ਅਧਿਆਪਕ ਨੂੰ ਉਸ ਬੱਚੇ ਤੇ ਵੱਧ ਟਾਈਮ ਲਾਉਣਾ ਪੈਂਦਾ, ਉਹ ਟਾਈਮ ਵੀ ਬਚੇਗਾ ਕਿਉਂਕਿ ਤੁਸੀਂ ਉਹਨੂੰ ਪਹਿਲਾਂ ਹੀ ਦੱਸਿਆ ਹੋਵੇਗਾ ਤੇ ਅਧਿਆਪਕ ਤੁਹਾਨੂੰ ਅਗਲਾ ਜੋ ਪਾਠ ਹੈ ਹੋਰ ਵਧੀਆ ਢੰਗ ਨਾਲ ਉਹਦੇ ਤੇ ਜ਼ਿਆਦਾ ਸਮਾਂ ਲਗਾ ਸਕਦੇ ਹਨ। ਸੋ ਇਸ ਦਿਨ ਹੋ ਗਿਆ ਨਾ ਡਬਲ ਫਾਇਦਾ। ਨਾਲੇ ਤਾਂ ਆਪਾਂ ਉਸ ਬੱਚੇ ਦੀ ਮਦਦ ਕੀਤੀ, ਉਹਦਾ ਫਾਇਦਾ ਹੋ ਗਿਆ, ਉਹ ਸਮਾਂ ਬਚ ਗਿਆ, ਤੇ ਨਾਲੇ ਤੁਸੀਂ ਅਗਲਾ ਜੋ ਪਾਠ ਹੈ ਉਹਦੇ ਲਈ ਵੱਧ ਸਮਾਂ ਲਾ ਲਿਆ। ਇਸ ਕਰਕੇ ਸਾਨੂੰ ਜੋ ਪਿੱਛੇ ਰਹਿਣ ਵਾਲੇ ਬੱਚੇ ਨੇ ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਇਸ ਦੀ ਮਦਦ ਦੇ ਨਾਲ ਨਾਲ ਕਰਦਿਆਂ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਤਰੱਕੀ ਵਿੱਚ ਤੇ ਆਪਣੀ ਮੰਜ਼ਿਲ ਵੱਲ ਜਲਦੀ ਪਹੁੰਚ ਸਕਦੇ ਹਾਂ। ਇਸ ਪਾਠ ਦੇ ਵਿੱਚ ਪਿਆਰੇ ਵਿਦਿਆਰਥੀਓ ਕਿੰਨੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਗੀਤਕਾਰ ਨੇ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਨੇ ਪਾਠ ਅਭਿਆਸ ਦੇ ਵਿੱਚ ਕੁਝ ਪ੍ਰਸ਼ਨ ਵੀ ਪਾਏ ਨੇ। ਜਿਵੇਂ ਉਹ ਪਹਿਲਾ ਪ੍ਰਸ਼ਨ ਲਿਖਦੇ ਨੇ, ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ। ਮੇਰਾ ਖਿਆਲ ਹੈ ਤੁਹਾਨੂੰ ਇਹ ਯਾਦ ਹੋ ਹੀ ਗਿਆ ਹੈ ਕਿ ਉਹ ਸਾਂਝਾ ਭਾਈਚਾਰੇ ਦੀ ਗੱਲ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਧਰਮਾਂ ਦੇ ਕੋਈ ਸਾਡੇ ਵਖੇੜੇ ਮਨ 'ਚ ਨਹੀਂ ਹੋਣੇ ਚਾਹੀਦੇ, ਸਾਨੂੰ ਰਲ ਕੇ ਰਹਿਣਾ ਚਾਹੀਦਾ ਹੈ। ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ, ਇਹ ਅਗਲਾ ਪ੍ਰਸ਼ਨ ਹੈ। ਤੇ ਇਸ ਵਿੱਚ ਲਿਖਿਆ ਹੈ ਕਿ ਨਫ਼ਰਤ ਸਾਨੂੰ ਸੌਣ ਨਾ ਦਿੰਦੀ ਤੇ ਨਫ਼ਰਤ ਸਾਡੀ ਖੁਸ਼ੀ ਖੋਹ ਲੈਂਦੀ ਹੈ। ਇਸ ਕਰਕੇ ਸਾਨੂੰ ਨਫ਼ਰਤ ਤੋਂ ਬਚਣਾ ਚਾਹੀਦਾ ਹੈ। ਏਕੇ ਬਾਰੇ ਕਵੀ ਕੀ ਕਹਿੰਦਾ ਹੈ? ਏਕੇ ਬਾਰੇ ਪਿਆਰੇ ਵਿਦਿਆਰਥੀਓ ਕਵੀ ਨੇ ਸਾਡੇ ਨਾਲ ਇਹ ਲਾਈਨ ਸਾਂਝੀ ਕੀਤੀ ਹੈ ਕਿ ਏਕਾ ਸਾਨੂੰ ਪਿਆਰਾ, ਏਕੇ ਵਿੱਚ ਹੈ ਸ਼ਕਤੀ ਹੁੰਦੀ, ਵੀ ਏਕੇ ਵਿੱਚ ਬਹੁਤ ਸਾਰੀ ਤਾਕਤ ਹੁੰਦੀ ਹੈ। ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਪਾਠ ਅਭਿਆਸ ਦਾ ਇਹ ਵੀ ਇੱਕ ਪ੍ਰਸ਼ਨ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਬਾਰੇ ਉੱਤਰ ਮੈਂ ਨਹੀਂ ਦੇਣਾ ਤੁਹਾਨੂੰ, ਇਹ ਤੁਸੀਂ ਖੁਦ ਮਹਿਸੂਸ ਕਰਨਾ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਗੀਤ ਤੋਂ ਸਿੱਖਿਆ ਲੈਣੀ ਹੈ, ਇਸ ਗੀਤ ਨੇ ਸਾਨੂੰ ਕੀ ਸਮਝਾਇਆ ਹੈ ਤੇ 2 ਨੰਬਰ ਦੇ ਵਿੱਚ ਹੇਠ ਲਿਖੀਆਂ ਸਤਰਾਂ ਦਾ ਕੀ ਭਾਵ ਹੈ। ਪਿਆਰੇ ਵਿਦਿਆਰਥੀਓ, ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ। ਇਹ ਲਾਈਨਾਂ ਦੇ ਅਰਥ ਤੁਹਾਡੇ ਨਾਲ ਪਹਿਲਾਂ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਹੇਠ ਲਿਖੀਆਂ ਕਾਵ ਸਤਰਾਂ ਪੂਰੀਆਂ ਕਰੋ। ਖੱਬੇ ਸੱਜੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ, ਸਾਂਝਾ ਰਸਤਾ ਸਾਂਝੀ ਮੰਜ਼ਿਲ ਉਸਨੂੰ ਜਾ ਕੇ ਮੱਲੋ। ਇਹ ਕਾਵ ਸਤਰਾਂ ਦੀਆਂ ਤੁਸੀਂ ਪੂਰੀਆਂ ਕਰਨੀਆਂ ਹਨ ਲਾਈਨਾਂ। ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ। ਵਣਜਾਰਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਜੋ ਗਲੀਆਂ ਦੇ ਵਿੱਚ ਗੀਤ ਗਾਉਂਦਾ ਹੈ ਉਹ ਪਿਆਰਾ ਵਣਜਾਰਾ, ਭਾਈਚਾਰਾ, ਭਰਾਵਾਂ ਵਾਲਾ ਸੰਬੰਧ, ਇੱਕ ਤਾਰਾ ਇੱਕ ਤਾਰ ਵਾਲਾ ਸਾਜ, ਤੂੰਬਾ, ਮੰਜ਼ਿਲ ਜੋ ਸਾਡਾ ਨਿਸ਼ਾਨਾ ਹੈ। ਸੋ ਪਿਆਰੇ ਵਿਦਿਆਰਥੀਓ, ਜਦੋਂ ਆਪਣੇ ਸਕੂਲ ਲੱਗਣਗੇ ਆਪਾਂ ਇਸ ਗੀਤ ਨੂੰ ਸਾਰੇ ਵਿਦਿਆਰਥੀ ਰਲ ਕੇ ਆਪਣੀ ਜਮਾਤ ਦੇ ਵਿੱਚ ਗਾਵਾਂਗੇ। ਸੋ ਇਸ ਦੇ ਨਾਲ ਹੀ ਅੱਜ ਦਾ ਜੋ ਇਹ ਪਹਿਲਾ ਤੁਹਾਡਾ ਪਾਠ ਹੈ
ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮੈਨੂੰ ਉਮੀਦ ਆ ਤੁਸੀਂ ਇਸ ਪਾਠ ਨੂੰ ਪੂਰਾ ਹੀ ਤਰ੍ਹਾਂ ਯਾਦ ਰੱਖੋਗੇ ਅਤੇ ਜਦੋਂ ਕਿਤਾਬਾਂ ਆਪਾਂ ਨੂੰ ਕੋਲੇ ਹੋਣਗੀਆਂ ਤਾਂ ਆਪਾਂ ਕਿਤਾਬ ਤੋਂ ਇੱਕ ਵਾਰ ਫਿਰ ਪੜ੍ਹਾਂਗੇ। ਸੋ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਬਹੁਤ ਪਿਆਰ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।